ਨਾਨਕ ਸਿਮਰਤ ਏਕ ਧੰਨ ਵਾਹਿਗੁਰੂ ਜੀ। ਗੌੜੀ ਮਹਲਾ ਨੌਵਾਂ। ਸਾਧੂ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਯਾ ਤੇ ਥਿਰ ਨਾ ਰਹਾਇ। ਸਾਧੂ ਇਹੋ ਮਨ ਗਹਿਓ ਨਾ ਜਾਇ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਯਾ ਤੇ ਥਿਰ ਨਾ ਰਹਾਇ। ਰਹਾਉ ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹੇ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਸਿਉ ਕਛ ਨਾ ਬਸਾਇ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰਿ ਭਏ ਦਇਆਲਾ, ਤੋ ਸਭ ਬਿਦ ਬਨ ਆਈ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰਿ ਭਏ ਦਇਆਲਾ, ਤੋ ਸਭ ਬਿਦ ਬਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਗੁਰਬਾਣੀ ਦੇ ਕੀਰਤਨ ਸ਼ਰਵਣ ਕਰਕੇ ਸਤਿਗੁਰੂ ਦੀ ਮੁਬਾਰਕ ਮਤ ਸ਼ੁਭ ਉਪਦੇਸ਼ ਦਾ ਲਾਹਾ ਪ੍ਰਾਪਤ ਕੀਤਾ ਹੈ। ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੀ ਮੁਬਾਰਕ ਬਾਣੀ ਨੂੰ, ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਆਪਾਂ ਨਿਤਾ ਪ੍ਰਤੀ ਵਿਚਾਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਦੇ ਰਾਗ ਗੌੜੀ ਦੇ ਵਿੱਚ ਉਚਾਰਨ ਕੀਤੇ ਹੋਏ ਇਹਨਾਂ ਪਾਵਨ ਸ਼ਬਦਾਂ ਦੇ ਵਿੱਚੋਂ ਆਪ ਜੀ ਨੇ ਲੜੀਵਾਰ ਚੌਥਾ ਸ਼ਬਦ ਜਿਹੜਾ ਹੈ ਇਸ ਦਾ ਪਾਠ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਵਿਸ਼ਿਆਂ ਵਿਕਾਰਾਂ ਦੀ ਬਾਰ-ਬਾਰ ਆਪਣੀ ਮੁਬਾਰਕ ਬਾਣੀ ਦੇ ਵਿੱਚ ਗੱਲ ਕਰਕੇ, ਇਸ ਦੀ ਵਿਆਖਿਆ ਕਰਕੇ ਇਸ ਪ੍ਰਤੀ ਸਾਡੇ ਮਨ ਅੰਦਰ, ਸਾਡੀ ਸੁਰਤ ਅੰਦਰ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ ਹੈ। ਮਨ ਦੀ ਭਟਕਣਾ, ਮਨ ਦਾ ਕੁਰਾਹੇ ਪੈਣਾ,
ਇਸ ਵਿਸ਼ੇ ਨਾਲ ਸੰਬੰਧਿਤ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਬਾ ਕਮਾਲ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਗਹਿਓ ਨਾ ਜਾਈ ਦਾ ਭਾਵ ਹੈ ਪਕੜ ਵਿੱਚ ਨਹੀਂ ਆਉਂਦਾ, ਕਾਬੂ ਵਿੱਚ ਨਹੀਂ ਆਉਂਦਾ। ਸੰਬੋਧਨ ਕਰਦੇ ਹਨ ਸਤਿਗੁਰੂ ਜੀ ਸਤ ਸੰਗੀਆਂ ਨੂੰ, ਹੇ ਸਤ ਸੰਗੀਓ, ਇਹ ਮਨ ਪਕੜ ਵਿੱਚ ਨਹੀਂ ਆ ਰਿਹਾ, ਕਾਬੂ ਵਿੱਚ ਨਹੀਂ ਰਹਿੰਦਾ, ਮਰਿਆਦਾ ਵਿੱਚ ਨਹੀਂ ਰਹਿੰਦਾ, ਕਿਸੇ ਦਾਇਰੇ ਵਿੱਚ ਵੱਜ ਕੇ ਨਹੀਂ ਚੱਲਦਾ, ਤਾਂ ਇਸ ਦਾ ਕੋਈ ਕਾਰਨ ਹੈ। ਅੱਗੇ ਸਤਿਗੁਰੂ ਜੀ ਨੇ ਇਸ ਦਾ ਕਾਰਨ ਐਕਸਪਲੇਨ ਕੀਤਾ, ਵਿਆਖਿਆ ਕੀਤੀ ਹੈ। ਸੰਖੇਪ ਵਿੱਚ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਮਝ ਲਈਏ। ਮਨ ਖਿਆਲਾਂ ਤੇ ਵਿਚਾਰਾਂ ਦਾ ਸੰਗ੍ਰਹਿ, ਫੁਰਨਿਆਂ ਦਾ ਘਰ ਹੈ। ਸਾਡੇ ਸਰੀਰ ਨੂੰ ਚਲਾਉਣ ਵਾਲੀ ਸੱਤਾ, ਤਾਕਤ, ਜਿਹੋ ਜਿਹਾ ਫੁਰਨਾ ਸਾਡੇ ਅੰਦਰ ਪੈਦਾ ਹੁੰਦਾ ਹੈ, ਖਿਆਲ ਬਣਦਾ ਹੈ, ਉਸੇ ਤਰ੍ਹਾਂ ਸਾਡਾ ਸਰੀਰ ਉਸ ਫੁਰਨੇ ਨੂੰ, ਉਸ ਖਿਆਲ ਨੂੰ, ਸੰਕਲਪ ਜਾਂ ਵਿਕਲਪ ਨੂੰ ਇੰਪਲੀਮੈਂਟ ਕਰਨ ਵਾਸਤੇ ਯਤਨਸ਼ੀਲ ਹੋ ਜਾਂਦਾ ਹੈ। ਜਿਹੋ ਜਿਹਾ ਖਿਆਲ ਸਾਡੇ ਅੰਦਰ ਉਪਜੇਗਾ, ਉਹੋ ਜਿਹਾ ਕਰਮ ਬਣ ਜਾਏਗਾ, ਅਮਲ ਹੋ ਜਾਏਗਾ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਇਸੇ ਕਰਕੇ ਬਾਰ-ਬਾਰ ਮਨ ਨੂੰ ਸੰਬੋਧਨ ਕੀਤਾ ਹੈ। ਤੇ ਸਤਿਗੁਰੂ ਨੇ ਇਹ ਵੀ ਕਿਹਾ ਵੀ ਮਨ ਨੂੰ ਸਿਖਾਉਣਾ ਤੇ ਮਨ ਨੂੰ ਪੜ੍ਹਾਉਣਾ ਹੈ, ਮਨ ਨੂੰ ਸਾਧਣਾ ਹੈ, ਮਨ ਨੂੰ ਸਵਾਰਨਾ ਹੈ। ਹੁਣ ਅਸੀਂ ਉਦਾਹਰਣਵਤ ਸਤਿਗੁਰੂ ਜੀ ਦਾ ਜੀਵਨ ਪੜ੍ਹੀਏ। ਗੁਰੂ ਨਾਨਕ ਮਹਾਰਾਜ ਮਲਕ ਭਾਗੋ ਕੋਲ ਗਏ, ਭੂਮੀਏ ਚੋਰ ਕੋਲ ਗਏ, ਸੱਜਣ ਕੋਲ ਗਏ। ਬਹੁਤ ਐਸੇ ਵਿਅਕਤੀ ਜਿਨ੍ਹਾਂ ਦੀਆਂ ਸਾਖੀਆਂ ਤੋਂ ਆਪਾਂ ਪ੍ਰੇਰਨਾ ਲੈਂਦੇ ਹਾਂ। ਖਾਸ ਤੌਰ 'ਤੇ ਐਸੀਆਂ ਸਾਖੀਆਂ ਜਿਨ੍ਹਾਂ ਵਿੱਚ ਇੱਕ ਬੁਰੇ ਕਰਮ ਕਰਨ ਵਾਲੇ ਵਿਅਕਤੀ ਦਾ ਧਰਮ ਵਾਲੇ ਪਾਸੇ ਨੂੰ ਮੋੜਾ ਪੈਂਦਾ ਹੈ। ਬੰਦਾ ਗਲਤ ਰਾਹ 'ਤੇ ਜਾ ਰਿਹਾ, ਸਤਿਗੁਰੂ ਦੀ ਸੰਗਤ ਪਾ ਕੇ, ਸੋਭਤ ਪਾ ਕੇ, ਉਪਦੇਸ਼ ਸੁਣ ਕੇ ਉਹ ਸਹੀ ਰਾਹ ਦੇ ਉੱਤੇ ਆ ਜਾਂਦਾ ਹੈ। ਉੱਥੇ ਜਿਹੜਾ ਨੁਕਤਾ ਸਮਝਣ ਵਾਲਾ ਹੈ, ਸਾਡੇ ਖਿਆਲ ਵੀ ਕੀ ਬਦਲਦਾ ਹੈ ਮਨੁੱਖ ਦੇ ਅੰਦਰ, ਤਬਦੀਲੀ ਕਿੱਥੇ ਵਾਪਰਦੀ ਹੈ, ਪਰਿਵਰਤਨ ਕਿੱਥੇ ਹੁੰਦਾ ਹੈ। ਉਹ ਪਰਿਵਰਤਨ ਸਰੀਰਕ ਨਹੀਂ, ਫਿਜ਼ੀਕਲੀ ਨਹੀਂ, ਉਹ ਹੈ ਮੈਂਟੈਲਿਟੀ ਬਦਲ ਜਾਂਦੀ, ਸੁਰਤ ਬਦਲ ਜਾਂਦੀ ਹੈ, ਮਨ ਦੀ ਅਵਸਥਾ। ਤੇ ਸਤਿਗੁਰੂ ਉਸ ਮਨ ਦੀ ਅਵਸਥਾ ਨੂੰ ਬਦਲਣ ਵਾਸਤੇ ਕੀ ਕਰਦੇ ਹਨ? ਉਪਦੇਸ਼, ਸ਼ਬਦ, ਸੋਝੀ, ਗਿਆਨ ਬਖਸ਼ਦੇ ਹਨ। ਹੁਣ ਇਸ ਤੋਂ ਸਿੱਧਾ ਸਿੱਧਾ ਆਪਾਂ ਇਹ ਪ੍ਰੇਰਨਾ ਲੈ ਸਕਦੇ ਹਾਂ ਵੀ ਜਿਹੜਾ ਮਨ ਹੈ ਉਸ ਨੂੰ ਸਰੀਰ ਨੂੰ ਤਸੀਹੇ ਦੇ ਕੇ ਨਹੀਂ ਸਾਧਿਆ ਜਾ ਸਕਦਾ। ਮਨ ਗਿਆਨ ਨਾਲ, ਉਪਦੇਸ਼ ਨਾਲ, ਸਤਿਗੁਰੂ ਦੀ ਮੱਤ ਨਾਲ, ਸ਼ਬਦ ਨਾਲ ਹੀ ਸਮਝਾ ਕੇ ਸਿੱਧੇ ਰਾਹੇ ਤੋਰਿਆ ਜਾ ਸਕਦਾ ਹੈ। ਕੋਈ ਵਿਅਕਤੀ ਪੁੱਠਾ ਲਟਕ ਕੇ ਤਪ ਕਰ ਰਿਹਾ ਸੀ। ਹੁਣ ਆਮ ਸਮਾਜ ਵਿੱਚ ਕੋਈ ਬੰਦਾ ਪੁੱਠਾ ਲਟਕਾਇਆ ਹੋਵੇ ਤੇ ਆਪਾਂ ਇਸ ਨੂੰ ਸਮਝਦੇ ਵੀ ਸ਼ਾਇਦ ਇਹਨੂੰ ਸਜ਼ਾ ਦਿੱਤੀ ਗਈ ਹੈ ਔਰ ਬੜਾ ਘੋਰ ਤਸੀਹਾ ਇਹਨੂੰ ਦਿੱਤਾ ਜਾ ਰਿਹਾ। ਪਰ ਰੱਬ ਦੇ ਨਾਮ 'ਤੇ ਵੀ ਲੋਕ ਆਪਣੀ ਮਰਜ਼ੀ ਨਾਲ, ਸਵੈ ਇੱਛਾ ਨਾਲ ਬੜੇ ਵੱਡੇ ਤਸੀਹੇ ਸਹਿੰਦੇ ਨੇ। ਤਸੀਹੇ ਸਹਿਣ ਵਾਲਿਆਂ ਵਿੱਚ ਦੋ ਕਿਸਮ ਦੇ ਲੋਕ ਨੇ, ਚੇਤੇ 'ਚ ਰੱਖਿਓ। ਦੋਵਾਂ 'ਚ ਫਰਕ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਆਪਣੀ ਸਵੈ ਇੱਛਾ ਨਾਲ ਤਸੀਹੇ ਆਪਣੇ ਆਪ ਨੂੰ ਦਿੰਦਾ ਹੈ ਤੇ ਉਹਦੇ ਪਿੱਛੇ ਖਿਆਲ ਉਹ ਇਹ ਰੱਖਦਾ ਵੀ ਇਸ ਤਰ੍ਹਾਂ ਪਰਮੇਸ਼ਰ ਖੁਸ਼ ਹੋ ਜਾਵੇਗਾ। ਮੈਂ ਭੁੱਖਾ ਤਾਂ ਰਹਿ ਰਿਹਾ ਕਿਉਂਕਿ ਰੱਬ ਮੇਰੀ ਭੁੱਖ ਦੇ ਉੱਤੇ ਰੀਝ ਜਾਏਗਾ। ਮੈਂ ਜੰਗਲਾਂ ਵਿੱਚ ਨੰਗਾ ਭਟਕ ਰਿਹਾ ਹਾਂ, ਘਰ ਛੱਡ ਦਿੱਤਾ ਹੈ, ਪੈਰਾਂ ਵਿੱਚ ਜੋੜਾ ਨਹੀਂ ਪਾਇਆ ਹੈ, ਸਰੀਰ 'ਤੇ ਸੁਆਹ ਮੜ ਲਈ ਹੈ, ਤਪ ਸਾਧ ਲਏ ਹਨ, ਗਰਮੀ ਸਰਦੀ ਜੋ ਵੀ ਜਿੰਨੇ ਵੀ ਤਸੀਹੇ ਨੇ ਆਪਣੇ ਸਰੀਰ ਨੂੰ ਪਿੰਜ ਲੈਂਦੇ ਨੇ, ਜ਼ਖਮ ਦੇ ਕੇ। ਉਹਦੇ ਪਿੱਛੇ ਇੱਕ ਸੋਚ ਹੈ ਵੀ ਐਵੇਂ ਅਸੀਂ ਆਪਣੇ ਮਨ ਨੂੰ ਸਹੀ ਰਾਹ ਤੇ ਵਿਕਾਰਾਂ ਤੋਂ ਰੋਕ ਕੇ ਲੈ ਆਵਾਂਗੇ ਤੇ ਪਰਮੇਸ਼ਰ ਸਾਡੇ 'ਤੇ ਖੁਸ਼ ਹੋਏਗਾ, ਸਾਡਾ ਇਸ਼ਟ ਸਾਨੂੰ ਪ੍ਰਵਾਨ ਕਰੇਗਾ। ਵੇਖੋ, ਮੈਂ ਆਪਣੇ ਸਰੀਰ ਦਾ ਮੋਹ ਤੇ ਲਾਲਚ ਵੀ ਤਿਆਗ ਦਿੱਤਾ ਹੈ, ਸਰੀਰ ਦੀ ਅਟੈਚਮੈਂਟ ਵੀ ਛੱਡ ਦਿੱਤੀ ਹੈ। ਇੱਕ ਤਾਂ ਇਸ ਕਿਸਮ ਦੇ ਲੋਕ ਨੇ। ਇਹਨਾਂ ਨੂੰ ਮਨ ਹੱਠ ਕਰਨ ਵਾਲੇ ਲੋਕ ਕਿਹਾ ਹੈ ਬਾਣੀ ਦੇ ਵਿੱਚ।
ਤੇ ਇਸ ਮਨ ਹੱਠ ਨੂੰ ਸਤਿਗੁਰੂ ਨੇ ਸਲਾਹਿਆ ਨਹੀਂ ਕਿਤੇ ਵੀ। ਦੂਜੀ ਕਿਸਮ ਦੇ ਲੋਕ ਹੋਰ ਨੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ, ਔਰ ਉਹ ਤਸੀਹੇ ਵੀ ਉਹ ਚੁਣਦੇ ਨੇ। ਇੱਕ ਤਰ੍ਹਾਂ ਨਾਲ ਉਹਨਾਂ ਦੀ ਚੋਣ ਹੁੰਦੀ ਹੈ। ਮੰਨ ਲਓ ਅਸੀਂ ਆਪਣੇ ਮਹਾਨ ਬਜ਼ੁਰਗਾਂ ਦੇ ਜੀਵਨ ਪੜ੍ਹੀਏ, ਕਿਸੇ ਦਾ ਬੰਦ ਕੱਟਿਆ ਜਾਂਦਾ, ਆਪਾਂ ਕਹਿੰਦੇ ਨਾ ਧਰਮ ਲਈ ਕੁਰਬਾਨੀ ਕੀਤੀ, ਧਰਮ ਲਈ ਖੋਪਰ ਲਵਾਏ, ਧਰਮ ਲਈ ਬੰਦ ਕਟਾਏ, ਧਰਮ ਲਈ ਚਰਖੜੀਆਂ ਤੇ ਚੜ੍ਹ ਗਏ। ਹੁਣ ਇੱਕ ਤਰ੍ਹਾਂ ਦੇ ਇਹ ਲੋਕ ਨੇ, ਉਹਨਾਂ ਨੇ ਵੀ ਆਪਣੀ ਇਹ ਚੋਣ ਕੀਤੀ ਹੈ, ਤਸੀਹੇ ਉਹਨਾਂ ਨੇ ਚੁਣੇ ਨੇ, ਪਰ ਉਹਨਾਂ ਦੇ ਪਿੱਛੇ ਇਹ ਸੋਚ ਨਹੀਂ ਵੀ ਇਵੇਂ ਪਰਮੇਸ਼ਰ ਖੁਸ਼ ਹੋਏਗਾ। ਪਰਮੇਸ਼ਰ ਉਹਨਾਂ ਤੇ ਪਹਿਲਾਂ ਹੀ ਖੁਸ਼ ਹੈ, ਉਹ ਪਰਮੇਸ਼ਰ ਦੇ ਰਾਹ ਤੇ ਪਹਿਲਾਂ ਹੀ ਚੱਲ ਰਹੇ ਨੇ। ਉਹ ਰੱਬ ਵਾਸਤੇ, ਰੱਬ ਦੀ ਖੁਸ਼ੀ ਲੈਣ ਵਾਸਤੇ ਆਪਣਾ ਆਪ ਨਹੀਂ ਚਰਵਾ ਰਹੇ ਆਰਿਆਂ ਦੇ ਨਾਲ, ਕਿਉਂਕਿ ਉਹਨਾਂ ਦਾ ਰੱਬ ਜਿਹੜਾ ਹੈ ਉਹ ਤਾਂ ਕੁੱਲ ਮਖਲੂਕ ਨੂੰ ਕਲਾਵੇ 'ਚ ਲੈਣ ਵਾਲਾ ਹੈ। ਉਹ ਫਿਰ ਕਿਉਂ ਦੁੱਖ ਸਹਿ ਰਹੇ ਨੇ? ਉਹਦੀ ਰਜ਼ਾ 'ਚ ਦੁੱਖ ਸਹਿ ਰਹੇ ਨੇ। ਉਹ ਬਦੀ ਦੀਆਂ ਤਾਕਤਾਂ ਨਾਲ, ਮੰਦੇ ਆਚਰਣ ਵਾਲੇ ਲੋਕਾਂ ਨਾਲ, ਜ਼ੁਲਮ ਸਿਤਮ ਕਰਨ ਵਾਲਿਆਂ ਨਾਲ, ਇਸ ਸੰਸਾਰ ਦੇ ਅੰਦਰ ਸੱਚ ਨੂੰ ਦਬਾਉਣ ਵਾਲਿਆਂ ਦੇ ਵਿਰੋਧ ਵਿੱਚ ਖੜ ਜਾਂਦੇ ਨੇ। ਸੱਚ ਦਾ ਸਾਥ ਲੈ ਕੇ ਤਾਂ ਉਹਨਾਂ ਦੇ ਉੱਤੇ ਬਦੀ ਕਰਨ ਵਾਲੇ ਲੋਕ ਜਿਹੜੇ ਨੇ ਉਹ ਫਿਰ ਜ਼ੁਲਮ ਕਰਦੇ, ਧੱਕਾ ਕਰਦੇ, ਕਤਲ ਕਰਦੇ, ਸ਼ਹੀਦ ਕਰਦੇ, ਤਸੀਹੇ ਦਿੰਦੇ ਨੇ। ਅਤੇ ਉਹਨਾਂ ਤਸੀਹਿਆਂ ਨੂੰ ਉਹ ਹੱਸ ਕੇ ਸਹਿ ਲੈਂਦੇ ਨੇ, ਪ੍ਰਵਾਨ ਕਰ ਲੈਂਦੇ ਨੇ। ਜੇ ਉਹਨਾਂ ਨੂੰ ਕੋਈ ਤਸੀਹੇ ਨਾ ਦਿੰਦਾ ਤਾਂ ਉਹਨਾਂ ਨੇ ਆਪਣੇ ਰਾਹ 'ਤੇ ਫਿਰ ਵੀ ਡਟੇ ਰਹਿਣਾ ਸੀ, ਅਤੇ ਜਾਣ ਬੁੱਝ ਕੇ ਵੀ ਕਿਸੇ ਆਰੇ ਥੱਲੇ ਸਿਰ ਨਹੀਂ ਸੀ ਦੇਣਾ। ਇਹ ਧਿਆਨ ਵਿੱਚ ਰੱਖਿਓ। ਇਹ ਤਸੀਹਾ ਪਾਰਟ ਆਫ ਪ੍ਰੋਸੈਸ ਹੈ। ਇਹ ਉਹਨਾਂ ਦੇ ਰਾਹ ਦੇ ਵਿੱਚ ਆ ਜਾਂਦੀ ਹੈ ਚੀਜ਼, ਅਤੇ ਉਹਨੂੰ ਅਸੈਪਟ, ਜਿਵੇਂ ਉਹਨਾਂ ਸੁੱਖ ਨੂੰ ਅਸੈਪਟ ਕੀਤਾ ਹੁੰਦਾ ਹੈ, ਉਵੇਂ ਹੀ ਉਹ ਦੁੱਖ ਨੂੰ ਅਸੈਪਟ ਕਰਦੇ। ਉਹਨਾਂ ਲਈ ਦੁੱਖ ਅਤੇ ਸੁੱਖ ਸਮਾਨ ਨੇ। ਇਸੇ ਲਈ ਮੈਂ ਇਹ ਵਾਕ ਕਈ ਵਾਰ ਦੁਹਰਾਉਂਦਾ ਹੁੰਦਾ ਕਿ ਜਿਹੜਾ ਧਰਮੀ ਮਨੁੱਖ ਹੈ ਨਾ, ਉਹ ਜਿਸ ਵੇਲੇ ਸੁੰਦਰ ਸੇਜ ਦੇ ਉੱਤੇ ਸੌਂਦਾ ਰਾਤ ਨੂੰ, ਉਹਨੂੰ ਉਹ ਕੰਡਿਆਂ ਵੱਤ ਸਮਝਦਾ। ਉਸ ਵੇਲੇ ਉਹ ਦੁੱਖ ਦਾ ਆਭਾਸ ਕਰਦਾ। ਉਸ ਵੇਲੇ ਉਹਦੀ ਸੁਰਤ ਵਿੱਚ ਦੁੱਖ ਵੀ ਹੁੰਦਾ ਵੀ ਕੱਲ੍ਹ ਨੂੰ ਇਹ ਨਹੀਂ ਹੋਏਗੀ। ਅਤੇ ਜਿਸ ਵੇਲੇ ਉਹਨੂੰ ਕੰਡਿਆਂ ਦੀ ਸੇਜ ਉੱਤੇ ਸੌਣਾ ਪੈ ਜਾਏ, ਐਸਾ ਵਕਤ ਉਹਦੀ ਜ਼ਿੰਦਗੀ 'ਚ ਆ ਜਾਏ, ਉਹਨੂੰ ਸੁੰਦਰ ਸੇਜ ਵਾਂਗ ਮਾਣਦਾ। ਦੁੱਖ ਅਤੇ ਸੁੱਖ ਇਵੇਂ ਸਮਾਨ ਸਮਝੇ ਜਾਂਦੇ ਨੇ ਜੀਵਨ 'ਚ। ਵੈਸੇ ਆਮ ਫਿਜ਼ੀਕਲੀ ਦੁੱਖ ਹੀ ਹੈ ਅਤੇ ਸੁੱਖ ਹੀ ਹੈ, ਖਿਆਲ ਵਿੱਚ ਰੱਖਿਓ। ਪਰ ਉਹ ਉਹਨੂੰ ਜਾਣਦਾ ਕਿਵੇਂ? ਜਿਹਨੂੰ ਸਤਿਗੁਰੂ ਨੇ ਕਿਹਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹਦਾ ਭਾਵ ਕੀ ਹੈ? ਦੁੱਖ ਵਿੱਚ ਸੂਖ ਮਨਾਈ, ਅਤੇ ਸੁੱਖ ਨੂੰ ਇਹ ਸਮਝਦਾ ਵੀ ਇਹ ਥੋੜ੍ਹੇ ਸਮੇਂ ਦਾ ਹੈ, ਕੱਲ੍ਹ ਨੂੰ ਇਹ ਨਹੀਂ ਵੀ ਹੋਏਗਾ ਅਤੇ ਮੈਂ ਤਾਂ ਵੀ ਕਿਵੇਂ ਜੀਣਾ ਹੈ, ਤਾਂ ਵੀ ਕਿਵੇਂ ਰਿਐਕਟ ਕਰਨਾ ਹੈ, ਤਾਂ ਵੀ ਮੇਰੀ ਮਨੋ ਅਵਸਥਾ ਕੀ ਹੋਏਗੀ। ਇਹ ਖਿਆਲ ਉਹਦੇ ਅੰਦਰ ਰਹਿੰਦਾ। ਅਸੀਂ ਸਧਾਰਨ ਮਨੁੱਖ ਇਸ ਤਰ੍ਹਾਂ ਦੇ ਨਹੀਂ ਹਾਂ। ਅਸੀਂ ਜੋ ਇੱਛਦੇ ਹਾਂ, ਜੇ ਸਾਨੂੰ ਮਿਲ ਜਾਏ ਤਾਂ ਖੁਸ਼ ਹਾਂ, ਜੇ ਨਾ ਮਿਲੇ ਤਾਂ ਤਕਲੀਫ ਵਿੱਚ ਹੁੰਦੇ ਹਾਂ, ਕਿਉਂਕਿ ਸਾਡੇ ਮੁਤਾਬਕ ਕੁਝ ਨਹੀਂ ਹੋਇਆ। ਅਸੀਂ ਹਰ ਵੇਲੇ ਆਪਣੀ ਵਾਸ਼ਨਾ ਦੇ ਬੱਝਿਆਂ ਵੀ ਜੋ ਕੁਝ ਹੋਵੇ ਮੇਰੇ ਮੁਤਾਬਕ ਹੋਵੇ, ਜਿੱਥੇ ਨਹੀਂ ਹੋਏਗਾ ਉੱਥੇ ਦੁਖੀ ਹਾਂ। ਸਾਡੇ ਸਾਰਿਆਂ ਦਾ ਇਸੇ ਤਰ੍ਹਾਂ ਦਾ ਸੁੱਖ ਅਤੇ ਦੁੱਖ ਨੂੰ ਅਨੁਭਵ ਕਰਨ ਦਾ, ਮਹਿਸੂਸ ਕਰਨ ਦਾ ਇਸ ਤਰ੍ਹਾਂ ਦਾ ਸੁਭਾਅ ਬਣਿਆ ਹੋਇਆ। ਹੁਣ ਮੈਂ ਚਾਹੁੰਦਾ ਵੀ ਦੂਸਰਾ ਮਨੁੱਖ ਮੇਰੇ ਨਾਲ ਇਵੇਂ ਕਰੇ, ਜੇ ਉਹ ਨਹੀਂ ਕਰਦਾ ਤਾਂ ਮੈਂ ਦੁਖੀ ਹੋ ਜਾਂਦਾ, ਫਿਰ ਮੈਂ ਉਹਦੇ ਨਾਲ ਵੈਰ ਵੀ ਕਰਦਾ, ਝਗੜਾ ਵੀ ਕਰਦਾ, ਫਸਾਦ ਵੀ ਕਰਦਾ। ਪਰ ਜੇ ਮੈਂ ਪਹਿਲਾਂ ਮਿਥ ਲਵਾਂ ਵੀ ਸਾਰਾ ਕੁਝ ਮੇਰੇ ਮੁਤਾਬਕ ਨਹੀਂ ਹੋਣਾ, ਜਿੱਥੇ ਮੇਰੀ ਇੱਛਾ ਦੇ ਮੁਤਾਬਕ ਨਾ ਹੋਇਆ ਉੱਥੇ ਮੈਂ ਕਿਵੇਂ ਜੀਣਾ ਹੈ, ਉੱਥੇ ਮੈਂ ਆਪਣੇ ਆਪ ਨੂੰ ਦੁਖੀ ਕਰਨਾ ਕਿ ਉੱਥੇ ਵੀ ਖੁਸ਼ ਰਹਿਣਾ ਹੈ। ਇਹ ਬੜਾ ਵੱਡਾ ਮਸਲਾ ਹੈ ਮਨੁੱਖੀ ਜੀਵਨ ਦਾ। ਬਹੁਤ ਵੱਡੀ ਇਹ ਜ਼ਿੰਦਗੀ ਦੇ ਵਿੱਚ ਜਿਹੜਾ ਉਤਰਾਅ ਚੜ੍ਹਾਅ ਹੈ, ਇਸ ਨੂੰ ਤਾਂ ਸਤਿਗੁਰੂ ਨੇ ਆਖਿਆ ਵੀ ਜਿਹੜਾ ਇਸ ਨੂੰ ਬੈਲੈਂਸ ਵਿੱਚ ਰੱਖ ਲੈ, ਉਹ ਸਹਿਜ ਅਵਸਥਾ ਦਾ ਮਾਲਕ ਹੋ ਜਾਂਦਾ ਹੈ। ਉਹ ਦੁੱਖ ਵਿੱਚ ਵੀ ਉਹੋ ਜਿਹਾ, ਸੁੱਖ ਵਿੱਚ ਵੀ ਉਹੋ ਜਿਹਾ। ਉਹਦੀ ਕੋਈ ਉਸਤਤ ਕਰ ਰਿਹਾ ਤਾਂ ਵੀ ਉਹੋ ਜਿਹਾ, ਉਛਲਦਾ ਨਹੀਂ, ਅਤੇ ਨਿੰਦਾ ਕਰਦੇ ਹੋ ਤਾਂ ਵੀ ਉਹੋ ਜਿਹਾ, ਉੱਥੇ ਵੀ ਨਹੀਂ ਉਛਲਦਾ। ਪਰ ਕੀ ਅਸੀਂ ਸਧਾਰਨ ਜੀਵਨ 'ਚ ਇਸ ਤਰ੍ਹਾਂ ਕਰਦੇ ਹਾਂ? ਪਹਿਲੋਂ ਅਸੀਂ ਤਲਬ ਰੱਖਦੇ ਹਾਂ ਵਡਿਆਈ ਦੀ, ਜੇ ਵਡਿਆਈ ਕਰ ਦੇਵੇ ਤਾਂ ਉਛਲਦੇ ਹਾਂ, ਹੰਕਾਰ ਹੋ ਜਾਂਦਾ। ਅਤੇ ਜੇ ਕੱਲ੍ਹ ਨੂੰ ਉਹੀ ਵਡਿਆਈ ਕਰਨ ਵਾਲਾ ਨਿੰਦਾ ਵੀ ਕਰਦਾ ਹੈ, ਕਿਸੇ ਕਾਰਨ ਬੁਰਾ ਕਹਿਦਾ, ਚੰਗਾ ਨਾ ਆਖੇ, ਫਿਰ ਸਾਡੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੈ?
ਸਾਡਾ ਮਨ ਜਿਹੜਾ ਹੈ ਨਾ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਵੱਜਾ ਹੋਇਆ ਹੈ। ਇਹ ਚੀਜ਼ਾਂ ਸਾਡੇ ਲਈ ਬਹੁਤ ਵੱਡੀ ਮੁਸੀਬਤ, ਦੁੱਖ, ਡਿਪਰੈਸ਼ਨ, ਕਈ ਚੀਜ਼ਾਂ ਸਾਡੇ ਅੰਦਰ ਪੈਦਾ ਕਰ ਜਾਂਦੀਆਂ ਨੇ। ਇਹ ਰੋਗ ਹੈ, ਬੇਸਿਕਲੀ ਬਿਮਾਰੀ ਹੈ। ਇਹ ਮਨ ਦੇ ਰੋਗ ਫਿਰ ਸਾਡੇ ਜੀਵਨ ਦੇ ਵਿੱਚ, ਸਾਡੇ ਵਿਹਾਰ 'ਚ ਝਲਕਦੇ ਰਹਿੰਦੇ ਨੇ ਬਾਰ-ਬਾਰ। ਹੁਣ ਜੇ ਮੈਨੂੰ ਆਦਤ ਹੈ ਵੀ ਸਵੇਰੇ ਉੱਠਦਿਆਂ ਕੋਈ ਮੈਨੂੰ ਚੰਗਾ ਆਖਦਾ, ਅੱਜ ਕਿਸੇ ਨਹੀਂ ਆਖਿਆ ਤਾਂ ਮੇਰਾ ਦਿਨ ਕਿਵੇਂ ਲੰਘਣਾ? ਤੁਸੀਂ ਸੋਚੋ ਜ਼ਰਾ, ਉਹ ਜਿਹੜਾ ਟਾਈਮ ਹੈ, ਜਿਹੜਾ ਵਕਤ ਹੈ, ਜਿਹੜਾ ਸਮਾਂ ਮੇਰੇ ਕੋਲ ਸਾਰੇ ਦਿਨ ਦਾ, ਉਹ ਮੇਰਾ ਕਿੱਡਾ ਉਦਾਸ ਹੋਏਗਾ। ਕਿੰਨੇ ਕੀਮਤੀ ਜ਼ਿੰਦਗੀ ਦੇ ਪਲ ਜਿਹੜੇ ਨੇ ਉਹ ਮੇਰੇ ਸੋਚ ਕੇ ਹੀ ਲੰਘ ਜਾਣਗੇ ਵੀ ਮੈਨੂੰ ਕਿਸੇ ਰਿਸਪੈਕਟ ਹੀ ਨਹੀਂ ਦਿੱਤੀ, ਅੱਜ ਤਾਂ ਮੈਨੂੰ ਕਿਸੇ ਨੇ ਬੁਰਾ ਕਹਿ ਦਿੱਤਾ। ਉਹ ਭਾਰ ਮੇਰੇ ਮਨ ਦੇ ਉੱਤੇ ਰਹਿਣਾ। ਸਮਾਂ ਉਹੋ ਹੀ ਹੈ, ਪਰ ਮਨ ਉਸ ਸਮੇਂ ਨੂੰ ਸੁਖੀ ਵੀ ਬਣਾ ਲੈਂਦਾ ਅਤੇ ਦੁਖੀ ਵੀ ਕਰ ਦਿੰਦਾ। ਉਸ ਵਕਤ ਨੂੰ ਜ਼ਹਿਰ ਸਮਾਨ ਵੀ ਬਣਾ ਦਿੰਦਾ ਅਤੇ ਅੰਮ੍ਰਿਤ ਸਮਾਨ ਵੀ ਬਣਾ ਦਿੰਦਾ। ਉਹ ਸਾਡੇ ਮਨ ਦੀ ਅਵਸਥਾ, ਸਾਡਾ ਮਨ ਉਸ ਵੇਲੇ ਕਿਹੜੀ ਸਿਚੁਏਸ਼ਨ ਵਿੱਚ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਵਿੱਚੋਂ ਇਹ ਜੀਵਨ ਦਾ ਤੱਤ ਸਾਰ ਸਮਝਣਾ। ਤਾਂ ਮੈਂ ਬਿਨੈ ਕਰ ਰਿਹਾ ਵੀ ਸਾਹਿਬ ਸਤਿਗੁਰੂ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ, ਭਾਵੇਂ ਉਹ ਸੱਜਣ ਨੂੰ ਹੈ, ਭੂਮੀਏ ਨੂੰ ਹੈ, ਮਲਕ ਭਾਗੋ ਨੂੰ ਹੈ, ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ। ਅਤੇ ਫਰਕ ਕਿੱਥੇ ਪਿਆ? ਸੁਰਤ ਵਿੱਚ, ਮਨ ਵਿੱਚ। ਇਵੇਂ ਮਨ ਪਕੜ ਵਿੱਚ ਆ ਗਿਆ। ਤਾਂ ਮੈਂ ਬਿਨੈ ਕਰ ਰਿਹਾ ਸੀ ਵੀ ਇੱਕ ਉਹ ਬੰਦਾ ਹੈ ਜਿਸ ਨੇ ਆਪਣੇ ਸਰੀਰ ਨੂੰ ਨਾ ਪੁੱਠਾ ਲਟਕਾਇਆ ਦਰਖਤ ਨਾਲ। ਕਿਸੇ ਰਾਹਗੀਰ ਨੇ ਪੁੱਛਿਆ, ਉਹਦੇ ਲਈ ਬੜੇ ਅਚੰਭੇ ਦੀ ਗੱਲ ਸੀ ਵੀ ਸਾਡੇ ਪਿੰਡਾਂ ਸ਼ਹਿਰਾਂ 'ਚ ਉਹਨਾਂ ਸਮਿਆਂ 'ਚ ਵੀ ਇਹੋ ਜਿਹੀ ਸਜ਼ਾ ਤਾਂ ਉਹਨੂੰ ਦਿੱਤੀ ਜਾਂਦੀ ਜਿਹਨੇ ਬਹੁਤ ਵੱਡਾ ਕੋਈ ਕੁਕਰਮ, ਕੋਈ ਪਾਪ ਲੋਕਾਂ ਦੇ ਨਾਲ ਕੋਈ ਧੱਕਾ ਧਰੋ ਕਰ ਲਿਆ ਹੋਵੇ, ਅਤੇ ਉਹਨੂੰ ਫਿਰ ਜ਼ਿੰਮੇਵਾਰ ਬੰਦੇ ਸਜ਼ਾ ਦਿੰਦੇ, ਪੁੱਠਾ ਲਟਕਾ ਦਿੰਦੇ ਸਨ। ਵੀ ਇਹਨੂੰ ਕਿਹਨੇ ਟੰਗਿਆ? ਇਹਨੂੰ ਇੰਨੀ ਤਕਲੀਫ ਕੌਣ ਦੇ ਗਿਆ? ਉਹਨੇ ਪੁੱਛਿਆ ਕੀ ਹੋਇਆ? ਮੈਂ ਖੋਲ੍ਹ ਦਿਆਂ ਤੈਨੂੰ ਕਾਹਦੀ ਸਜ਼ਾ ਮਿਲੀ? ਕਹਿਣ ਲੱਗਿਆ ਨਹੀਂ, ਇਹ ਮੈਂ ਆਪਣੇ ਆਪ ਨੂੰ ਆਪ ਹੀ ਤਸੀਹਾ ਦੇ ਰਿਹਾ। ਪੁੱਛਿਆ ਕਿਉਂ? ਤੂੰ ਕੋਈ ਪਾਪ ਕੀਤਾ? ਕਹਿਣ ਲੱਗਾ ਨਹੀਂ, ਮੈਂ ਆਪਣੇ ਮਨ ਨੂੰ ਸਾਧਣ ਦੀ ਕੋਸ਼ਿਸ਼ ਕਰ ਰਿਹਾ। ਅੱਜ ਵੀ ਸਾਨੂੰ ਐਸੇ ਬੰਦੇ ਚੰਗੇ ਲੱਗਦੇ ਨੇ ਜਿਹੜੇ ਕਹਿਣ ਵੀ ਮੈਂ ਰੋਟੀ ਨਹੀਂ ਖਾਂਦਾ, ਮੈਂ ਭੁੱਖਾ ਰਹਿਣਾ, ਵਰਤ ਰੱਖਦਾ ਜਾਨੀ, ਮੈਂ ਨੰਗੇ ਪੈਰੀ ਰਹਿਣਾ, ਇੰਨੇ ਸਾਲਾਂ ਤੋਂ ਮੈਂ ਜੋੜਾ ਹੀ ਨਹੀਂ ਪਾਇਆ, ਮੈਂ ਬੋਲਿਆ ਹੀ ਨਹੀਂ। ਬੜੀ ਅਜੀਬ ਗੱਲ ਹੈ, ਬੜੀ ਅਜੀਬ। ਇਹ ਠੀਕ ਹੈ ਵੀ ਔਖਾ ਤਾਂ ਹੈ ਜੋ ਉਹਨਾਂ ਕੀਤਾ, ਜਿਹੜੀ ਪ੍ਰੈਕਟਿਸ ਤਾਂ ਬਹੁਤ ਔਖੀ ਹੈ, ਪਰ ਇਹਦਾ ਲਾਭ ਕੀ ਹੈ? ਕੋਈ ਫਾਇਦਾ ਹੈ ਸੰਸਾਰ ਨੂੰ ਇਹਨਾਂ ਗੱਲਾਂ ਦਾ? ਤੁਸੀਂ ਇੱਕ ਕੋਨੇ ਵਿੱਚ ਦੜ ਕੇ ਚੁੱਪ ਕਰਕੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾ ਦਿਓ, ਇਹਦੇ ਨਾਲ ਤੁਹਾਨੂੰ ਕੀ ਲਾਭ ਹੋਇਆ ਅਤੇ ਦੂਜੇ ਨੂੰ ਕੀ ਲਾਭ ਹੋਇਆ? ਜ਼ਰਾ ਦੱਸੋ। ਜੇ ਕਿਤੇ ਹੋ ਸਕਦਾ, ਜੇ ਅਸੀਂ ਗਲਤ ਬੋਲਣ 'ਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਰੋਕ ਲਈ ਨਾ, ਫਿੱਕਾ ਬੋਲਣ 'ਤੇ ਮਿੱਠਾ ਬੋਲਦੇ, ਚੰਗਾ ਬੋਲਦੇ, ਅਤੇ ਅਸੀਂ ਚੁੱਪ ਰਹਿਣ ਨਾਲੋਂ ਕਿਤੇ ਜ਼ਿਆਦਾ ਭਲਾ ਕਰ ਸਕਦੇ ਹਾਂ ਲੋਕਾਂ ਦਾ। ਕਿਸੇ ਦਾ ਦੁੱਖ ਸੁਣ ਲੈਂਦੇ, ਉਹਨੂੰ ਧੀਰਜ ਦੇ ਦਿੰਦੇ, ਕਿਸੇ ਨੂੰ ਸ਼ਾਬਾਸ਼ ਦਿੰਦੇ, ਚੰਗਾ ਕੰਮ ਕਰਨ ਵਾਲੇ ਨੂੰ, ਕੋਈ ਚੰਗੀ ਗੱਲ ਕਿਤੇ ਕਰਦੇ। ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਹੁਣ ਕਬੀਰ ਜੀ ਨੇ ਬੋਲ ਕੇ ਦੁਨੀਆ ਦਾ ਭਲਾ ਕੀਤਾ ਹੈ ਕਿ ਚੁੱਪ ਰਹਿਣ ਵਾਲੇ ਸਾਧੂਆਂ ਨੇ ਜ਼ਿਆਦਾ ਭਲਾ ਕੀਤਾ ਸੰਸਾਰ ਦਾ? ਸੋਚਣ ਵਾਲੀ ਗੱਲ ਹੈ ਨਾ। ਭਗਤ ਰਵਿਦਾਸ ਜੀ ਬੋਲੇ, ਉਹਨਾਂ ਸ਼ਬਦ ਉਚਾਰੇ, ਸਤਸੰਗ ਕੀਤਾ, ਉਪਦੇਸ਼ ਦਿੱਤਾ, ਕਿਰਤ ਵਿਰਤ ਕੀਤੀ। ਉਹਨਾਂ ਨੇ ਮਨੁੱਖਤਾ ਦਾ ਵੱਧ ਭਲਾ ਕੀਤਾ ਕਿ ਉਹਨਾਂ ਸਾਧੂਆਂ ਨੇ ਕੀਤਾ ਜਿਹੜੇ ਦੜ ਵੱਟ ਕੇ ਕੋਨੇ 'ਚ ਜਾ ਬੈਠੇ? ਨਿਸ਼ਚੈ ਕਬੀਰ ਜੀ ਨੇ, ਉਹਨਾਂ ਮਹਾਨ ਭਗਤਾਂ, ਮਹਾਂਪੁਰਖਾਂ ਨੇ ਵੱਧ ਭਲਾ ਕੀਤਾ ਸੰਸਾਰ ਦਾ। ਉਹਨਾਂ ਨੇ ਸਾਨੂੰ ਜੀਵਨ ਜਾਚ ਦੱਸੀ। ਜੇ ਭਲਾ ਕਬੀਰ ਜੀ ਬੋਲਦੇ ਨਾ ਆਪਣੇ ਜੀਵਨ ਵਿੱਚ, ਸਾਨੂੰ ਪਤਾ ਲੱਗਦਾ ਵੀ ਉਹ ਕਿੰਨਾ ਵੱਡਾ ਸੱਚ ਜਾਣਦੇ ਨੇ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ, ਜਾਣਨੀਆਂ ਪੈਣਗੀਆਂ। ਸਾਡੇ ਘਰ ਬੱਚੇ ਨੇ, ਬੱਚਾ ਜਿਸ ਵੇਲੇ ਬੋਲਣਾ ਸਿੱਖਦਾ ਆਪਾਂ ਕਿੰਨੇ ਖੁਸ਼ ਹੁੰਦੇ ਹਾਂ, ਅਤੇ ਕੋਈ ਧਾਰਮਿਕ ਬੰਦਾ ਚੁੱਪ ਵੱਟ ਲੈ ਅਤੇ ਆਪਾਂ ਉੱਥੇ ਵੀ ਖੁਸ਼ ਹੋਈ ਜਾਂਦੇ ਹਾਂ ਵੀ ਚੰਗਾ ਕੀਤਾ, ਇਹਨੇ ਜ਼ਬਾਨ ਬੰਦ ਕਰ ਲਈ। ਸਾਡਾ ਅਜੀਬ ਵਰਤਾਰਾ ਨਹੀਂ? ਪਰਮੇਸ਼ਰ ਸਾਨੂੰ ਸ਼ਕਤੀ ਦਿੰਦਾ ਹੈ ਜੇ ਬੋਲਣ ਦੀ, ਅਤੇ ਬੋਲਣ 'ਚ ਪਾਪ ਗੁਨਾਹ ਕੀ ਹੈ? ਉਹ ਕਹਿਣ ਲੱਗਿਆ ਮੈਂ ਆਪਣੇ ਮਨ ਨੂੰ ਸਾਧ ਰਿਹਾ। ਕਹਿੰਦਾ ਇਵੇਂ ਵੀ ਮਨ ਸਾਧਿਆ ਜਾਂਦਾ? ਕਹਿੰਦਾ ਹਾਂ, ਤਨ ਨੂੰ ਦੁੱਖ ਦਿਆਂਗਾ, ਮਨ ਦਾ ਧਿਆਨ ਤਨ ਦੇ ਦੁੱਖਾਂ ਵੱਲ ਰਹੇਗਾ, ਵਿਕਾਰਾਂ ਵੱਲ ਨਹੀਂ ਜਾਏਗਾ। ਉਹ ਸਧਾਰਨ ਬੰਦਾ ਸੀ, ਗੱਲ ਵੱਡੀ ਕਰ ਗਿਆ। ਕਹਿਣ ਲੱਗਾ ਮੈਨੂੰ ਇਹ ਤਾਂ ਪਤਾ ਨਹੀਂ, ਬਹੁਤਾ ਡੂੰਘਾ ਤਾਂ ਨਹੀਂ ਗਿਆਨ,
ਵੀ ਇਵੇਂ ਮਨ ਸਾਧਿਆ ਜਾਂਦਾ, ਸਿੱਧੇ ਰਾਹ ਤੁਰਦਾ ਕਿ ਨਹੀਂ। ਪਰ ਹਾਲ ਦੀ ਘੜੀ ਮੈਨੂੰ ਲੱਗਦਾ ਵੀ ਤੈਨੂੰ ਮਨ ਨੇ ਪੁੱਠਿਆਂ ਜ਼ਰੂਰ ਟੰਗ ਦਿੱਤਾ। ਮਨ ਸਿੱਧੇ ਰਾਹ ਆਵੇ ਕਿ ਨਾ ਆਵੇ ਇਹ ਤਾਂ ਨਹੀਂ ਮੈਨੂੰ ਪਤਾ, ਪਰ ਮੈਨੂੰ ਲੱਗਦਾ ਵੀ ਪੁੱਠਾ ਟੰਗਣ ਵਾਲਾ ਵੀ ਵਿਚਾਰ ਤੇਰੇ ਮਨ 'ਚੋਂ ਹੀ ਉਪਜਿਆ ਸੀ ਤੇ ਤੂੰ ਉਹਦੇ 'ਤੇ ਅਮਲ ਕਰ ਲਿਆ ਤੇ ਹੁਣ ਪੁੱਠਾ ਲਟਕਿਆ ਹੋਇਆ। ਤੈਨੂੰ ਕੀ ਲੱਗਦਾ ਹੈ ਤੂੰ ਮਨ ਨਾਲੋਂ ਜ਼ਿਆਦਾ ਹੁਸ਼ਿਆਰ ਹੈ? ਤੈਨੂੰ ਕੀ ਲੱਗਦਾ ਹੈ ਤੈਨੂੰ ਤੇਰਾ ਮਨ ਕੁਰਾਏ ਨਹੀਂ ਪਾ ਸਕਦਾ? ਨਹੀਂ, ਮਨ ਨੇ ਆਪਣਾ ਕੁਝ ਨਹੀਂ ਛੱਡਿਆ, ਪਰ ਤੇਰੇ ਤਨ ਦੇ ਪੱਲੇ ਵੀ ਕੱਖ ਨਹੀਂ ਛੱਡਣਾ। ਮਨ ਨੇ ਆਪਣਾ ਕੁਝ ਤਿਆਗਿਆ ਹੀ ਨਹੀਂ। ਮਨ ਨੇ ਜਦੋਂ ਦੌੜਨਾ ਹੋਇਆ ਤੈਨੂੰ ਪੁੱਛ ਕੇ ਨਹੀਂ ਜਾਣਾ। ਮਨ ਅੰਦਰ ਜਦੋਂ ਖਿਆਲ ਆਉਂਦਾ, ਤੁਸੀਂ ਚੇਤਾ ਕਰੋ, ਇੱਥੇ ਬੈਠੇ ਆ ਬਾਣੀ ਦਾ ਪਾਠ ਕਰਦੇ ਆ, ਮਨ ਕਿਤੇ ਭਟਕ ਜਾਂਦਾ। ਉਹ ਸਾਡੇ ਅੰਦਰ ਪਈ ਹੈ ਭਾਵਨਾ, ਚੇਤਨਾ, ਖਿਆਲ, ਵਿਚਾਰ, ਸੰਕਲਪ ਵਿਕਲਪ ਫੁਰਨੇ। ਹੁਣ ਸਤਿਗੁਰੂ ਆਖਦੇ ਨੇ ਕਿਉਂ ਮਨ ਭਟਕ ਰਿਹਾ, ਕਿਉਂ ਕਾਬੂ 'ਚ ਨਹੀਂ ਆਉਂਦਾ? ਉਹਦੇ ਰੀਜ਼ਨ, ਉਹਦੇ ਕਾਰਨ ਦੱਸ ਰਹੇ ਨੇ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਚੰਚਲ ਦਾ ਮਤਲਬ ਹੁੰਦਾ ਜਿਹੜੀ ਇੱਕ ਥਾਂ ਨਾ ਟਿਕੇ। ਤ੍ਰਿਸ਼ਨਾ ਦਾ ਮਤਲਬ ਹੈ ਹੋਰ ਦੀ ਲਾਲਸਾ। ਜੋ ਹੈ ਉਹਦੇ 'ਚ ਬੰਦਾ ਸੈਟਿਸਫਾਈ ਨਹੀਂ, ਸੰਤੁਸ਼ਟ ਨਹੀਂ। ਜੋ ਨਹੀਂ ਹੈ, ਜੋ ਹੈ ਹੀ ਨਹੀਂ ਚੀਜ਼, ਉਹਦੀ ਲਾਲਸਾ ਵਿੱਚ ਭਟਕ ਰਿਹਾ। ਫਿਰ ਦੁਹਰਾ ਦਿਆਂ, ਇੱਕ ਚੀਜ਼ ਕੋਲ ਹੈ, ਉਹਦੇ 'ਚ ਸੈਟਿਸਫਾਈ ਨਹੀਂ, ਖੁਸ਼ ਨਹੀਂ, ਸੰਤੁਸ਼ਟ ਨਹੀਂ। ਜਿਹੜੀ ਚੀਜ਼ ਹੈ ਨਹੀਂ, ਉਹਦੀ ਲਾਲਸਾ ਦੇ ਵਿੱਚ, ਉਹਦੇ ਲਾਲਚ ਦੇ ਵਿੱਚ ਭਟਕ ਰਿਹਾ। ਇਹਦੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਬੜੀ ਬਾਕਮਾਲ ਉਦਾਹਰਣ ਹੈ। ਮੈਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ। ਮਹਾਰਾਜ ਨੇ ਤ੍ਰਿਸ਼ਨਾ ਬਿਰਤੀ ਨੂੰ ਤੁਲਨਾ ਦਿੱਤੀ ਏ ਮਾਰੂਥਲ ਰੇਗਿਸਤਾਨ ਦੇ ਵਿੱਚ ਭੱਜਦੇ ਹੋਏ ਹਿਰਨ ਦੇ ਨਾਲ, ਪਿਆਸੇ ਹਿਰਨ ਦੇ ਨਾਲ। ਕਈ ਮੀਲਾਂ ਤੱਕ ਦਾ ਰੇਗਿਸਤਾਨ ਹੈ, ਰੇਤ ਹੀ ਰੇਤ, ਉੱਚੇ ਨੀਵੇਂ ਟੋਏ ਟਿੱਬੇ ਨੇ। ਪਿਆਸਾ ਹਿਰਨ ਤੇ ਲੱਗੀ ਹੋਈ ਹੈ। ਦੁਪਹਿਰ ਦਾ ਵਕਤ ਹੈ, ਸੂਰਜ ਦੀ ਧੁੱਪ ਨਾਲ 4 ਚੁਫੇਰੇ ਗਰਮੀ ਦਾ ਬਹੁਤ ਵੱਡਾ ਮਾਹੌਲ ਹੈ, ਪਹਿਰਾ ਹੈ। ਪਿਆਸਾ ਹਿਰਨ ਮੂੰਹ ਚੁੱਕ ਕੇ ਵੇਖਦਾ ਵੀ ਕਿਤੇ ਪਾਣੀ ਹੋਵੇ ਤੇ ਮੈਂ ਪੀਵਾਂ। ਦੂਰ ਉਹਨੂੰ ਲੱਗਦਾ ਵੀ ਪਾਣੀ ਹੈ ਤੇ ਉਧਰ ਨੂੰ ਭੱਜ ਉੱਠਦਾ ਪਾਣੀ ਪੀਣ ਵਾਸਤੇ। ਜਿੰਨਾ ਉਹ ਦੌੜਦਾ ਜਾ ਰਿਹਾ ਓਨਾ ਹੀ ਉਹਨੂੰ ਲੱਗਦਾ ਪਾਣੀ ਹੋਰ ਅੱਗੇ ਹੈ, ਹੋਰ ਅੱਗੇ ਹੈ। ਹੁਣ ਇੱਕ ਤਾਂ ਤੇਲ ਲੱਗੀ ਸੀ, ਉੱਤੋਂ ਧੁੱਪ ਸੀ, ਸਰੀਰ ਦੀ ਐਨਰਜੀ, ਪਾਵਰ, ਤਾਕਤ ਸਾਰੀ ਖਤਮ ਹੋ ਗਈ। ਦਮ ਟੁੱਟ ਗਿਆ ਤੇ ਜ਼ਮੀਨ 'ਤੇ ਡਿੱਗ ਕੇ ਪ੍ਰਾਣ ਨਿਕਲ ਗਏ। ਪਰ ਕਮਾਲ ਇਹ ਸੀ ਵੀ ਉਹ ਪਾਣੀ ਦੇ ਨੇੜੇ ਨਹੀਂ ਪਹੁੰਚਿਆ, ਕਿਉਂਕਿ ਪਾਣੀ ਨਾਂ ਦੀ ਕੋਈ ਚੀਜ਼ ਉੱਥੇ ਹੈ ਹੀ ਨਹੀਂ ਸੀ। ਧੁੱਪ ਦੇ ਨਾਲ, ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤ ਦੇ ਕਣ, ਟਿੱਬਾ ਜਿਹੜਾ ਸੀ ਨਾ ਉਹ ਲਿਸ਼ਕਦਾ ਸੀ। ਜਿੰਨਾ ਕੋ ਗਾਂਹ ਜਾਂਦਾ ਅਗਲਾ ਟਿੱਬਾ ਲਿਸ਼ਕਦਾ ਦਿਸਦਾ। ਉਹ ਇਵੇਂ ਲੱਗਦਾ ਸੀ ਜਿਵੇਂ ਪਾਣੀ ਦਾ ਤਲਾਬ ਹੋਵੇ ਜਾਂ ਨਦੀ ਵਗ ਰਹੀ ਹੋ ਜਾਂ ਪਾਣੀ ਵਗ ਰਿਹਾ, ਝੌਲਾ। ਇਹਨੂੰ ਆਪਾਂ ਕਹਿੰਦੇ ਭੁਲੇਖਾ, ਇਹਨੂੰ ਦ੍ਰਿਸ਼ਟੀ ਦੋਸ਼ ਕਹਿੰਦੇ ਨੇ। ਦ੍ਰਿਸ਼ਟੀਕੋਣ ਵਿੱਚ ਫਾਲਟ ਹੈ, ਫਰਕ ਹੈ, ਵੇਖਣ ਦੇ ਵਿੱਚ ਧੋਖਾ ਹੈ। ਜੋ ਪਾਣੀ ਉੱਥੇ ਹੈ ਨਹੀਂ, ਉਹਦੇ ਲਈ ਉਹ ਜ਼ੋਰ ਲਾ ਕੇ ਭੱਜ ਰਿਹਾ, ਪਰ ਉੱਥੇ ਉਹ ਪਹੁੰਚਦਾ ਹੀ ਨਹੀਂ ਤੇ ਨਾ ਉਹਨੂੰ ਪਾਣੀ ਲੱਭਦਾ ਹੀ ਹੈ। ਸਤਿਗੁਰੂ ਨੇ ਆਖਿਆ ਮਨੁੱਖ ਦੀ ਦਸ਼ਾ ਵੀ ਜੀਵਨ ਵਿੱਚ ਇਸੇ ਤਰ੍ਹਾਂ ਦੀ ਹੈ। ਜੋ ਚੀਜ਼ ਹੈ ਨਹੀਂ ਉਹਦੇ ਮਗਰ ਭਟਕ ਰਿਹਾ, ਜੋ ਹੈ ਉਹਦਾ ਤਸੱਵਰ ਹੀ ਨਹੀਂ, ਉਹਦਾ ਖਿਆਲ ਹੀ ਨਹੀਂ। ਸਤਿਗੁਰੂ ਜੀ ਨੇ ਇਸ ਨੂੰ ਤ੍ਰਿਸ਼ਨਾ ਕਿਹਾ। ਹੁਣ ਤੁਸੀਂ ਵੇਖੋ ਨਾ, ਜੋ ਸਾਡੇ ਕੋਲ ਅਵੇਲੇਬਲ ਹੈ ਇਸ ਵੇਲੇ, ਜਿੰਨਾ ਕੁਝ ਵੀ ਹੈ, ਅਸੀਂ ਉਹਦੇ ਵਿੱਚ ਸ਼ੁਕਰ ਮਨਾਉਣ ਦੀ ਬਜਾਏ ਜੋ ਨਹੀਂ ਹੁੰਦਾ ਉਹਦੇ ਉਲਾਂਭੇ ਜ਼ਿਆਦਾ ਦਿੰਦੇ ਇੱਕ ਦੂਜੇ ਨੂੰ। ਈਵਨ ਅਸੀਂ ਗੁਰੂ ਕੋਲ ਵੀ ਹਰ ਵੇਲੇ ਇਹੀ ਗੱਲ ਕਹਿੰਦੇ, ਸਾਨੂੰ ਆ ਵੀ ਨਹੀਂ ਦਿੱਤਾ, ਆ ਵੀ ਨਹੀਂ ਦਿੱਤਾ, ਆ ਵੀ ਨਹੀਂ ਹੈ, ਆ ਵੀ ਨਹੀਂ ਹੈ। ਅਸੀਂ ਉਹ ਜੋ ਹੁੰਦਾ ਹੈ ਨਾ ਉਹਦੀ ਕੀਮਤ, ਕਦਰ ਭੁੱਲ ਜਾਂਦੇ ਹਾਂ। ਇਸੇ ਕਰਕੇ ਅਸੀਂ ਕਦੇ ਜ਼ਿੰਦਗੀ 'ਚ ਖੁਸ਼ ਨਹੀਂ ਹੋ ਪਾਉਂਦੇ। ਤੇ ਜਿਹੜਾ ਆਪਾਂ ਸੋਚਿਆ ਹੋਵੇ ਨਾ ਵੀ ਆਹ ਮਿਲ ਜਾਏ, ਜਦੋਂ ਉਹ ਵੀ ਮਿਲ ਜਾਂਦਾ ਹੈ ਨਾ, ਕਦਰ ਉਹਦੀ ਫਿਰ ਵੀ ਨਹੀਂ ਪਾਉਂਦੇ। ਫਿਰ ਸਾਡੀ ਲਾਲਸਾ ਕਿਤੇ ਹੋਰ ਜਾ ਟਿਕਦੀ ਵੀ ਨਹੀਂ, ਹੁਣ ਆਹ ਵੀ ਹੋਵੇ। ਜੋ ਹੁੰਦਾ ਨਹੀਂ ਸਦਾ ਉਹਦੇ ਬਾਰੇ ਹੀ ਚਿੰਤਾ ਕਰਦੇ ਹਾਂ, ਜੋ ਹੁੰਦਾ ਹੈ ਉਹਦੇ 'ਚ ਜੀਣਾ ਹੀ ਭੁੱਲ ਜਾਂਦੇ ਹਾਂ, ਉਹਦੇ ਵਿੱਚ ਉਸ ਨੂੰ ਮੰਨਣਾ ਹੀ ਭੁੱਲ ਜਾਂਦੇ, ਉਸ ਨੂੰ ਹੰਡਾਉਣਾ, ਇੰਜੋਏ ਕਰਨਾ ਹੀ ਭੁੱਲ ਜਾਂਦੇ ਹਾਂ। ਉਹਦਾ ਕਾਰਨ ਹੈ ਸਾਡੇ ਅੰਦਰ ਇੱਕ ਲਾਲਚੀ ਬਿਰਤੀ ਹੈ ਤੇ ਇੱਕ ਈਰਖਾ ਹੈ, ਮੁਕਾਬਲਾ।
ਦੂਸਰਿਆਂ ਵੱਲ ਤੱਕਦੇ ਹਾਂ, ਦੁਖੀ ਹੁੰਦੇ ਰਹਿੰਦੇ ਹਾਂ, ਸੋਚਦੇ ਰਹਿੰਦੇ ਹਾਂ ਮੇਰੇ ਕੋਲ ਵੀ ਹੋਵੇ। ਮੈਂ ਅੱਗੇ ਕਈ ਵਾਰ ਇਹ ਉਦਾਹਰਣ ਦਿੱਤੀ ਹੈ। ਗੁਰੂ ਪਾਤਸ਼ਾਹ ਦੇ ਕੋਲ ਦਰਬਾਰ ਵਿੱਚ ਆਉਂਦੇ ਹਾਂ, ਗੁਰਦੁਆਰਾ ਸਾਹਿਬ ਆਏ, ਮੰਨ ਲਓ ਕਿਸੇ ਫੰਕਸ਼ਨ 'ਤੇ ਚੱਲ, ਕੋਈ ਵੀ ਉਦਾਹਰਣ ਲਈ ਜਾ ਸਕਦੀ ਹੈ। ਮੇਰੇ ਕੋਲ ਸਭ ਤੋਂ ਮਹਿੰਗੀ ਗੱਡੀ ਹੈ। ਜਿਸ ਵੇਲੇ ਮੈਂ ਗੁਰਦੁਆਰਾ ਸਾਹਿਬ ਆਉਣਾ, ਪਾਰਕਿੰਗ ਲਾਟ ਵਿੱਚ ਵੇਖਦਾ ਵੀ ਮੇਰੇ ਕੋਲ ਚੰਗੀ ਅਤੇ ਮਹਿੰਗੀ ਸੋਹਣੀ ਗੱਡੀ ਹੈ। ਕਦੇ ਅਰਦਾਸ ਕਰਨ ਦਾ ਜੀਅ ਨਹੀਂ ਕੀਤਾ ਵੀ ਵਾਹਿਗੁਰੂ ਇਹਦੋਂ ਵੱਡੀ ਗੱਡੀ ਦਿਓ, ਕਿਉਂਕਿ ਆਲਰੇਡੀ ਵੱਡੀ ਹੈ। ਜਿੰਨੇ ਕੁ ਮੈਨੂੰ ਜਾਣਦੇ ਜਾਂ ਜਿੱਥੇ ਮੇਰੀ ਗੱਡੀ ਆ ਕੇ ਖਲੋਂਦੀ, ਸਾਰੀਆਂ ਮੇਰੇ ਤੋਂ ਸਸਤੀਆਂ ਹੀ ਨੇ। ਹੁਣ ਕੀ ਹੁੰਦਾ ਹੈ ਵੀ ਕੁਝ ਹੋਰ ਬੰਦੇ ਵੀ ਮਿਹਨਤ ਕਰਦੇ, ਉਹ ਮਹਿੰਗੀਆਂ ਗੱਡੀਆਂ ਲੈ ਆਉਂਦੇ ਨੇ, ਇੱਕ ਦੋ ਹੋਰ। ਹੁਣ ਮੇਰੇ ਮਨ ਨੂੰ ਥੋੜ੍ਹੀ ਜਿਹੀ ਅਜੀਬ ਜਿਹੀ ਝਰਨਾਹਟ ਜਿਹੀ ਛਿੜਦੀ, ਬੇਚੈਨੀ ਹੁੰਦੀ ਵੀ ਅੱਛਾ ਮੇਰੇ ਕੋਲ ਤਾਂ ਹੁਣ ਗੱਡੀ ਛੋਟੀ ਹੈ। ਉਹਨਾਂ ਚਿਰ ਛੋਟੀ ਨਹੀਂ ਸੀ ਜਿੰਨਾ ਚਿਰ ਮੁਕਾਬਲੇ 'ਤੇ ਕਿਸੇ ਨੇ ਵੱਡੀ ਲਿਆ ਕੇ ਖੜੀ ਨਹੀਂ ਕੀਤੀ। ਹੁਣ ਮੈਂ ਅਰਦਾਸ ਕਰਨ ਨੂੰ ਸੋਚਦਾ, ਮਹਾਰਾਜ ਵੱਡੀ ਗੱਡੀ ਬਖਸ਼ੋ। ਹੁਣ ਇਹ ਜ਼ਰਾ ਸੋਚਣਾ, ਉਹ ਅਰਦਾਸ ਥੋੜ੍ਹਾ ਹੋ ਰਿਹਾ, ਮੁਕਾਬਲਾ ਹੋ ਰਿਹਾ, ਕੰਪੀਟੀਸ਼ਨ ਹੈ। ਕਿੱਥੋਂ ਨਿਕਲ ਰਿਹਾ? ਜੈਲਸ 'ਚੋਂ। ਫਿਰ ਅਸੀਂ ਕਹਿ ਦੇਣਾ ਜੀ ਸਾਡੀ ਭਾਵਨਾ ਤਾਂ ਸ਼ੁੱਧ ਹੀ ਸੀ, ਮਹਾਰਾਜ ਸਾਡੀ ਸੁਣਦਾ ਹੀ ਨਹੀਂ। ਗੁਰੂ ਪਰਮੇਸ਼ਰ ਸਾਡੇ ਸ਼ਬਦਾਂ ਦੇ ਜਾਲ ਵਿੱਚ ਫਸਣ ਵਾਲਾ ਨਹੀਂ, ਚੇਤੇ 'ਚ ਰੱਖਿਓ। ਕਿਹੜੀ ਭਾਵਨਾ ਸ਼ੁੱਧ ਸੀ? ਜਿਹੜੀ ਜੈਲਸ 'ਚੋਂ ਪੈਦਾ ਹੋਈ ਹੈ। ਤੇਰੇ ਅੰਦਰ ਦੀ ਤ੍ਰਿਸ਼ਨਾ ਨੂੰ ਕੀ ਅਕਾਲ ਪੁਰਖ ਸਤਿਗੁਰੂ ਜਾਣਦੇ ਨਹੀਂ? ਤੂੰ ਰੋਗੀ ਹੈ, ਬਿਮਾਰ ਹੈ। ਤੂੰ ਕਦੇ ਨਹੀਂ ਸੋਚਦਾ ਵੀ ਵੱਡਾ ਛੋਟਾ ਕਿਆ ਹੁੰਦਾ ਸੰਸਾਰ 'ਚ। ਇਸ ਨੂੰ ਅਸੀਂ ਕਹਿ ਦਿੰਦੇ ਹਾਂ, ਹੁਣ ਮੇਰੇ ਵਰਗਾ ਕਹਿ ਸਕਦਾ ਵੀ ਇਹ ਤਾਂ ਬੜੀ ਗੁਰਮੁਖ ਅਰਦਾਸ ਕਰ ਰਿਹਾ, ਮੈਂ ਕੀ ਗਲਤ ਮੰਗਿਆ? ਪਰ ਮੰਗਿਆ ਕਿਸ ਉਤੇਜਨਾ 'ਚੋਂ ਆ? ਕਿਸ ਅੰਦਰ ਚੱਲ ਕੀ ਰਿਹਾ ਤੇਰੇ? ਬੰਦਾ ਕਿਵੇਂ ਸੁਖੀ ਹੋ ਸਕਦਾ ਹੈ ਜਦੋਂ ਅਜੇ ਵੀ ਹਰ ਵੇਲੇ ਕੰਪੇਅਰ ਕਰਨ 'ਤੇ ਲੱਗਾ ਰਹਿੰਦਾ, ਹਰ ਚੀਜ਼ ਨੂੰ ਕੰਪੇਅਰ ਕਰਨ 'ਤੇ ਲੱਗਾ, ਹਰ ਚੀਜ਼ ਨੂੰ ਤੁਲਨਾ ਦੇ ਰਿਹਾ। ਐਸੇ ਮਨੁੱਖ ਨੂੰ ਤੁਸੀਂ ਕਦੇ ਵੀ ਸੁਖੀ ਨਹੀਂ ਕਰ ਸਕਦੇ। ਦੁਨੀਆ ਭਰ ਦੇ ਪਦਾਰਥ ਆਉਣ ਦੇ ਬਾਅਦ ਵੀ ਉਹਦੇ ਅੰਦਰ ਬੇਚੈਨੀ ਬਣੀ ਰਹੇਗੀ, ਕਿਉਂਕਿ ਪ੍ਰੋਬਲਮ ਪਦਾਰਥਾਂ ਦੇ ਵੱਧ ਘੱਟ ਹੋਣ ਦੀ ਨਹੀਂ ਹੈ, ਪ੍ਰੋਬਲਮ ਇਹਦੇ ਅੰਦਰ ਦੀ ਹੈ। ਪ੍ਰੋਬਲਮ ਇਹਦੇ ਅੰਦਰ ਹੈ, ਡਿਜ਼ੀਜ਼ ਇਹਦੇ ਅੰਦਰ ਹੈ, ਰੋਗ ਇਹਦੇ ਅੰਦਰ ਹੈ, ਬਿਮਾਰੀ ਕੋਈ ਹੋਰ ਹੈ। ਸਤਿਗੁਰੂ ਆਖਦੇ ਨੇ ਇਹਦਾ ਮਨ ਕਮਜ਼ੋਰ, ਇਹਦੀ ਸੁਰਤ ਕਮਜ਼ੋਰ ਹੈ, ਇਹ ਅੰਦਰੋਂ ਬਿਮਾਰ, ਇਹਨੂੰ ਆਪਣੀ ਬਿਮਾਰੀ ਬਾਰੇ ਸੋਚਣਾ ਚਾਹੀਦਾ ਹੈ, ਬਾਕੀ ਚੀਜ਼ਾਂ ਨਾਲੋਂ ਕਿਤੇ ਵਧੇਰੇ। ਹੁਣ ਸਾਹਿਬ ਸਤਿਗੁਰੂ ਇਹਨੂੰ ਫਰਮਾਉਂਦੇ ਨੇ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾ ਤੇ ਥਿਰ ਨਾ ਰਹਾਈ। ਇਸ ਕਰਕੇ ਟਿਕਦਾ ਨਹੀਂ ਹੈ ਕਿਤੇ। ਇੱਕ ਤਾਂ ਇਹ ਕਾਰਨ ਦੱਸਿਆ। ਫਿਰ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਠਨ ਕ੍ਰੋਧ ਘਟ ਹੀ ਕੇ ਭੀਤਰ। ਕਠਨ ਦਾ ਮਤਲਬ ਹੁੰਦਾ ਹੈ ਔਖਾ, ਬਿਖਮ, ਤਕਲੀਫ ਦੇਣ ਵਾਲਾ। ਜੀਵਨ ਦੇ ਵਿੱਚ ਤਕਲੀਫ ਪੈਦਾ ਕਰਨ ਵਾਲਾ। ਇਹਦੇ ਹਿਰਦੇ ਵਿੱਚ ਕ੍ਰੋਧ ਵਸਿਆ ਰਹਿੰਦਾ ਹਰ ਵੇਲੇ, ਗੁੱਸਾ। ਗੁੱਸੇ ਦੇ ਕਈ ਰੂਪ ਨੇ, ਖਿਝਣਾ ਅਤੇ ਉਲਝਣਾ। ਜਦੋਂ ਬੰਦਾ ਖਿਝਦਾ ਹੈ ਨਾ ਅੰਦਰ ਕਿਸੇ ਚੀਜ਼ ਨੂੰ ਲੈ ਕੇ, ਫਿਰ ਉਹ ਉਲਝਦਾ ਵੀ ਹੈ ਬਾਹਰ ਕਿਸੇ ਨਾ ਕਿਸੇ ਨਾਲ। ਜਦੋਂ ਉਲਝਦਾ ਹੈ, ਵਾਦ ਵਿੱਚ ਪੈਂਦਾ ਹੈ, ਉਹਦੇ ਵਿੱਚੋਂ ਕਈ ਮਸਲੇ ਫਿਰ ਦੁਬਾਰਾ ਨਿਕਲ ਆਉਂਦੇ ਨੇ, ਲੰਮੇ ਮਾਮਲੇ ਗਲ ਪੈ ਜਾਂਦੇ ਨੇ, ਨੁਕਸਾਨ ਵੀ ਹੁੰਦਾ, ਬੋਲ ਬੁਲਾਰਾ ਹੋ ਗਿਆ, ਫਿਜ਼ੀਕਲੀ ਇੱਕ ਦੂਜੇ ਨੂੰ ਹਰਟ ਕਰ ਲਿਆ, ਕੁਝ ਐਸਾ। ਉਹ ਕਿੰਨੀਆਂ ਵੱਡੀਆਂ ਪ੍ਰੋਬਲਮਸ ਜਿਹੜੀਆਂ ਉਹਦੇ 'ਚੋਂ ਕਾਹਦੇ 'ਚੋਂ ਕ੍ਰੀਏਟ ਹੋਈਆਂ? ਖਿਝ 'ਚੋਂ, ਗੁੱਸੇ 'ਚੋਂ। ਸਤਿਗੁਰੂ ਨੇ ਬਾ ਕਮਾਲ ਵਾਕ ਕਿਹਾ, ਜਿਹੜੀ ਇਹ ਮੁਹਾਵਰਾ ਬਣਿਆ ਵੀ ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਸਤਿਗੁਰੂ ਨੇ ਉਹਦਾ ਜ਼ਿਕਰ ਕੀਤਾ ਇਹਨਾਂ ਪੰਕਤੀਆਂ 'ਚ, ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹੇ ਸੁਧ ਸਭ ਬਿਸਰਾਈ। ਮਹਾਰਾਜ ਕਹਿੰਦੇ ਨੇ, ਜਿਸ ਨੇ ਸੁਧ ਬੁੱਧ ਭੁਲਾ ਦਿੱਤੀ, ਸੁਰਤ ਉੱਤੇ ਪ੍ਰੈਸ਼ਰ ਪਾ ਲਿਆ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਤਾਂ ਬਾ ਕਮਾਲ ਕਹਿੰਦੇ ਨੇ। ਉਹ ਕਹਿੰਦੇ ਨੇ, ਤੁਸੀਂ ਮਦਾਰੀ ਵੇਖਿਆ, ਉਹਨੇ ਕੋਈ ਨਾ ਕੋਈ ਜੀਵ ਜਿਹੜਾ ਨਾ ਉਹਨੂੰ ਨਚਾ ਕੇ, ਬਾਂਦਰ ਰੱਖਿਆ ਹੁੰਦਾ ਕਈ ਵਾਰ ਉਹਨੇ, ਉਹ ਡਮਰੂ ਵਜਾਉਂਦਾ ਹੈ, ਕੋਈ ਸਾਜ਼ ਵਜਾਉਂਦਾ, ਕੋਈ ਚੀਜ਼ ਵਜਾਉਂਦਾ ਹੈ, ਅਤੇ ਉਹ ਬਾਂਦਰ ਉਹਦੇ ਇਸ਼ਾਰੇ 'ਤੇ ਨੱਚਦਾ। ਉਹਨੂੰ ਸਿਖਾਇਆ ਹੁੰਦਾ ਇਹਨੇ। ਉਹ ਤਾਂ ਵਿਚਾਰਾ ਗੁਲਾਮ ਹੈ, ਰੱਸੀ ਪਾਈ ਹੋਈ ਉਹਦੇ ਗਲ ਨੂੰ। ਉਹ ਮਦਾਰੀ ਜਿਵੇਂ ਚਾਹੁੰਦਾ ਹੈ ਨਾ, ਤਮਾਸ਼ਗੀਰ, ਤਮਾਸ਼ਾ ਕਰਨ ਵਾਲਾ, ਉਵੇਂ ਉਸ ਬਾਂਦਰ ਨੂੰ ਨਚਾਉਂਦਾ ਰਹਿੰਦਾ।
ਸਤਿਗੁਰੂ ਕਹਿੰਦੇ ਜਿਸ ਵੇਲੇ ਬੰਦੇ ਦੇ ਦਿਮਾਗ ਤੇ ਕ੍ਰੋਧ ਹਾਵੀ ਹੋਏ, ਉਹਦੀ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ, ਵਿਚਾਰਨ ਦੀ ਪਾਵਰ ਉਹਦੀ ਘਟ ਜਾਂਦੀ ਹੈ, ਅਤੇ ਉਹ ਫਿਰ ਕ੍ਰੋਧ ਦੇ ਸਾਹਮਣੇ, ਕ੍ਰੋਧ ਵਿੱਚ ਲਾਲ ਪੀਲਾ ਹੋ ਕੇ ਐਵੇਂ ਹੀ ਨੱਚਦਾ ਜਿਵੇਂ ਮਦਾਰੀ ਦਾ ਬਾਂਦਰ ਨੱਚਦਾ। ਅਤੇ ਸਤਿਗੁਰੂ ਨੇ ਇਹ ਵੀ ਕਿਹਾ ਵੀ ਉਸ ਬੰਦੇ ਦੇ ਹਿਰਦੇ ਵਿੱਚ ਤਰਸ ਨਹੀਂ ਹੁੰਦਾ ਉਹਨਾਂ ਪਲਾਂ 'ਚ ਜਿਨ੍ਹਾਂ ਪਲਾਂ ਦੇ ਵਿੱਚ ਉਹਦੇ ਅੰਦਰ ਕ੍ਰੋਧ ਹੁੰਦਾ। ਫਿਰ ਮਹਾਰਾਜ ਨੇ ਇਹ ਵੀ ਕਿਹਾ ਸਾਰੇ ਕਲੇਸ਼ ਦੀ ਜੜ ਕ੍ਰੋਧ ਹੈ, ਜਿੰਨੇ ਵੀ ਬਖੇੜੇ ਕਲੇਸ਼ ਦੁਨੀਆ 'ਚ ਹੁੰਦੇ ਨੇ। ਫਿਰ ਅੱਗੇ ਵਾਕ ਜਾ ਕੇ ਇਹ ਆਖਿਆ, ਐਸਾ ਬੰਦਾ ਗਰੀਬ ਤੇ ਛੋਟੇ 'ਤੇ ਤਰਸ ਨਹੀਂ ਕਰਦਾ ਅਤੇ ਵੱਡੇ ਦਾ ਸਤਿਕਾਰ ਵੀ ਨਹੀਂ ਕਰਦਾ, ਸਭਨਾਂ ਦੀ ਲਾਹ ਪਾ ਕਰਕੇ ਬਸ ਹੋ ਜਾਂਦਾ ਤੇ ਹੋ ਜਾਂਦਾ। ਸਤਿਗੁਰੂ ਦਾ ਵਾਕ ਕੀ ਹੈ? ਹਜ਼ੂਰ ਕਹਿੰਦੇ, ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ ਵਿਖਿਅੰਤ ਜੀਵੰ। ਇਹਦਾ ਮਤਲਬ ਹੈ ਵੀ ਬੰਦੇ ਨੂੰ ਜ਼ਹਿਰੀਲਾ ਕਰ ਦੇਣਾ ਤੂੰ, ਉਹਦੇ ਅੰਦਰ ਜ਼ਹਿਰ ਫੈਲ ਜਾਂਦਾ ਨਸਾਂ 'ਚ। ਵਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟਾ। ਸਤਿਗੁਰੂ ਕਹਿੰਦੇ ਨੇ ਐਸੇ ਬੰਦੇ ਦਾ ਕੋਈ ਇਸ਼ਟ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਉਹ ਬੇਦਰਦ ਹੋ ਜਾਂਦਾ ਹੈ, ਬੇਤਰਸ ਹੋ ਜਾਂਦਾ ਹੈ। ਹੁਣ ਵੇਖੋ, ਇੱਕ ਪਲ ਦੀ ਉਤੇਜਨਾ ਹੈ। ਹੁਣ ਇਹਨੂੰ ਜਿਹੜੀ ਚੀਜ਼ ਹੈ ਨਾ, ਇਹ ਕੁਝ ਚੀਜ਼ਾਂ ਨੇ ਜਿਹੜੀਆਂ ਸੈਲਫ ਪ੍ਰੈਕਟਿਸ ਨੇ, ਇਹਨਾਂ ਨੂੰ ਬੰਦਾ ਖੁਦ ਹੀ ਜੇ ਕਾਬੂ ਕਰਨ ਦਾ ਯਤਨ, ਇਸੇ ਨੂੰ ਅਭਿਆਸ ਕਹੇ, ਇਸੇ ਨੂੰ ਹੀ ਅਸਲ ਤਪ ਇਹੋ ਹੀ ਹੈ। ਆਪਣੀਆਂ ਅੰਦਰ ਦੀਆਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ 'ਤੇ ਸਵੈ ਕਾਬੂ ਪਾਉਣ ਦੇ ਆਹਰ ਵਿੱਚ ਲੱਗੇ ਰਹਿਣਾ, ਇਹ ਸਭ ਤੋਂ ਵੱਡਾ ਉੱਤਮ ਕਰਮ ਹੈ। ਨਹੀਂ ਤਾਂ ਅਸੀਂ ਤਾਂ ਭਾਰਤ ਵਿੱਚ ਐਸੇ ਜਾਂ ਮਜ਼ਹਬਾਂ ਦੇ ਤੌਰ 'ਤੇ ਐਸੇ ਬੰਦਿਆਂ ਦੀਆਂ ਸਾਖੀਆਂ ਪੜ੍ਹੀਆਂ ਨੇ ਵੀ ਫਲਾਣੇ ਨੇ ਫਲਾਣੇ ਨੂੰ ਸ਼ਰਾਪ ਦੇ ਦਿੱਤਾ। ਅੱਛਾ, ਸਾਰੀ ਦੁਨੀਆ ਤਾਂ ਅੱਗੇ ਹੀ ਕਲੇਸ਼ 'ਚ ਹੈ, ਇੱਥੇ ਸਾਧੂ ਵੀ ਸ਼ਰਾਪ ਦੇ ਰਹੇ ਨੇ, ਫਰਕ ਕੀ ਹੈ? ਅਤੇ ਅਸੀਂ ਕਹਿੰਦੇ ਅੱਛਾ ਬੜਾ ਫਿਰ ਤਾਂ ਸ਼ਕਤੀਸ਼ਾਲੀ ਬੰਦਾ ਹੈ, ਚਲੋ ਮੱਥਾ ਟੇਕੋ। ਜਿਹੜਾ ਪਹਿਲਾਂ ਹੀ ਜ਼ਹਿਰ ਨਾਲ ਭਰਿਆ ਉਹਨੂੰ ਮੈਂ ਮੱਥਾ ਟੇਕ ਕੇ ਮੈਂ ਕੀ ਕੱਢ ਲੈਣਾ ਉਹਦੇ ਕੋਲੋਂ? ਮੈਨੂੰ ਪ੍ਰਾਪਤੀ ਕੀ ਹੋਏਗੀ? ਮੇਰੇ 'ਚ ਤਾਂ ਅੱਗੇ ਹੀ ਕ੍ਰੋਧ ਹੈ, ਕ੍ਰੋਧੀ ਨੂੰ ਮੈਂ ਮੱਥਾ ਟੇਕੀ ਜਾ ਰਿਹਾ। ਇਹ ਸਾਨੂੰ ਡਰਾਉਣ ਵਾਸਤੇ ਘੜੀਆਂ ਜਾਂਦੀਆਂ ਨੇ ਗੱਲਾਂ। ਇਸੇ ਕਰਕੇ 4-5 ਬੜੇ ਸਾਡੇ ਕਾਮਨ ਸ਼ਬਦ ਹੁੰਦੇ ਸਨ। ਬੜਾ ਜ਼ਾਹਰਾ ਬੰਦਾ ਹੈ, ਜ਼ਾਹਰਾ ਨਹੀਂ ਜ਼ਰੀਲਾ ਹੀ ਕਹਿਣਾ ਚਾਹੀਦਾ ਵੈਸੇ। ਬੜਾ ਪੁੱਜ ਵਾਲਾ ਹੈ, ਨੁਕਸਾਨ ਕਰ ਦਿੰਦਾ ਜਿਹੜਾ ਇੱਥੇ ਮੱਥਾ ਨਾ ਟੇਕੇ। ਗੁੰਡਾਗਰਦੀ ਹੈ ਕਿ ਜਿਹੜਾ ਮੱਥਾ ਟੇਕੇਗਾ ਉਹ ਬਚੇਗਾ, ਦੂਜਾ ਮੈਂ ਰਹਿਣ ਨਹੀਂ ਦੇਣਾ ਧਰਤੀ ਦੇ ਉੱਤੇ, ਨੁਕਸਾਨ ਕਰਾਂਗਾ। ਇਸ ਦੀਆਂ ਚੀਜ਼ਾਂ ਜਿਹੜੀਆਂ ਕਿੱਥੋਂ ਆਉਂਦੀਆਂ ਨੇ? ਡਰਿਆ ਹੋਇਆ ਬੰਦਾ ਝੁਕਣ ਲਈ ਤਿਆਰ ਹੋ ਜਾਂਦਾ ਹੈ, ਜਾਂ ਲਾਲਚ ਵਸ ਝੁਕਣ ਲਈ ਤਿਆਰ ਹੋ ਜਾਂਦਾ ਹੈ। ਗੁਰੂ ਨਾਨਕ ਦਾ ਆਸ਼ਾ ਐਸਾ ਨਹੀਂ ਹੈ। ਇੱਥੇ ਤਾਂ ਸਾਨੂੰ ਵਾਹਿਗੁਰੂ ਦੀ ਰਜ਼ਾ 'ਚ ਰਾਜ਼ੀ ਰਹਿਣਾ ਸਿਖਾਇਆ ਜਾਂਦਾ ਹੈ। ਵੈਸੇ ਵੀ ਮਹਾਰਾਜ ਨੇ ਕਿਹਾ, ਜਿਹੜਾ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਜਿਹੜਾ ਭਲਾ ਨਹੀਂ ਲੋਚਦਾ ਉਹ ਧਰਮ ਹੀ ਨਹੀਂ ਹੋ ਸਕਦਾ। ਉਹਨੂੰ ਕੋਈ ਪੀਰ ਆਖੀ ਜਾਏ, ਉਹਨੂੰ ਕੋਈ ਫਕੀਰ ਆਖੀ ਜਾਏ, ਉਹਨੂੰ ਕੋਈ ਜੋ ਮਰਜ਼ੀ ਕਹੀ ਜਾਏ, ਲੋਕ ਪੂਜੀ ਜਾਣ, ਲੱਖ ਦਰਜੇ ਪੂਜੀ ਜਾਣ, ਪਰ ਜੇ ਉਹਦੇ 'ਚ ਭਲਾ ਨਹੀਂ ਤੇ ਉਹ ਰੱਬ ਦਾ ਬੰਦਾ ਕਾਹਦਾ ਹੈ? ਸਾਹਿਬ ਸਤਿਗੁਰੂ ਅੱਗੇ ਫਰਮਾਉਂਦੇ ਨੇ, ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨਾ ਬਸਾਈ। ਜਿਹਦੇ ਅੰਦਰ ਕ੍ਰੋਧ ਹਾਵੀ ਹੋ ਗਿਆ, ਸਤਿਗੁਰੂ ਕਹਿੰਦੇ ਨੇ ਗਿਆਨ ਵਾਲਾ ਕੀਮਤੀ ਰਤਨ ਉਹਦਾ ਲੁੱਟਿਆ ਜਾਂਦਾ ਹੈ। ਉਹਦੇ ਗਿਆਨ ਤੇ ਉਹਦੀ ਅਕਲ ਤੇ ਪਰਦਾ ਪੈ ਜਾਂਦਾ ਹੈ। ਉਹਦਾ ਫਿਰ ਆਪਣੇ ਆਪ ਤੇ ਵੱਸ ਨਹੀਂ ਰਹਿੰਦਾ, ਬੇਵੱਸ ਹੋ ਜਾਂਦਾ, ਅਨਕੰਟਰੋਲ ਸਿਚੁਏਸ਼ਨ 'ਚ ਚਲਾ ਜਾਂਦਾ ਹੈ। ਸਤਿਗੁਰੂ ਅੱਗੇ ਫਰਮਾਉਂਦੇ ਨੇ, ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ। ਜੋਗੀਆਂ ਨੇ ਬਹੁਤ ਯਤਨ ਕੀਤੇ ਮਨ ਨੂੰ ਸਾਧਣ ਦੇ। ਕਿਵੇਂ? ਭੁੱਖੇ ਰਹਿ ਲਿਆ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਭੀਖ ਮੰਗ ਲਈ, ਸਮਾਧੀਆਂ ਲਾਈ, ਵਗੈਰਾ ਵਗੈਰਾ, ਜਿੰਨੇ ਆਪਾਂ ਪਹਿਲੋਂ ਜ਼ਿਕਰ ਕੀਤਾ ਤਨ ਨੂੰ ਖਪਾਉਣ ਦਾ। ਪਰ ਮਹਾਰਾਜ ਕਹਿੰਦੇ ਨੇ, ਅੰਦਰ ਕਾਰਨ ਮਨ ਦੇ ਭਟਕਣ ਦੇ ਜਿਹੜੇ ਸਨ, ਉਹ ਬਾਹਰ ਸਰੀਰ ਨੂੰ ਖਪਾ ਕੇ ਬਾਹਰ ਦੀ ਸਾਧਨਾ ਨਾਲ ਵੀ ਮਨ ਨੂੰ ਕੰਟਰੋਲ ਨਹੀਂ ਸੀ ਕੀਤਾ ਜਾ ਸਕਦਾ, ਕਿਉਂਕਿ ਮਨ ਦੇ ਭਟਕਣ ਦੇ ਕਾਰਨ ਹੋਰ ਸਨ। ਅਤੇ ਅੱਗੇ ਸਤਿਗੁਰੂ ਨੇ ਗੁਣੀ ਰਹੇ ਗੁਣ ਗਾਈ ਵੀ ਕਿਹਾ। ਵਿਦਵਾਨ ਪੁਰਖ, ਗੁਣਵਾਨ ਬੰਦੇ, ਵਿਦਵਾਨ ਆਪਣੀ ਵਿਦਵਤਾ ਦੇ ਸੋਹਲੇ ਗਾਉਂਦੇ ਰਹੇ। ਮੈਨੂੰ ਕ੍ਰੋਧ ਬਾਰੇ ਬਹੁਤ ਪਤਾ ਹੈ। ਕਿਸੇ ਆਖਿਆ, ਮੈਨੂੰ ਤਾਂ ਚਿੰਤਾ ਦੇ ਰੋਗ ਬਾਰੇ ਬਹੁਤ ਪਤਾ ਹੈ। ਪਤਾ ਹੋਣਾ ਕੀ ਮਾਇਨੇ ਰੱਖਦਾ ਹੈ?
ਚੰਗੀ ਗੱਲ ਹੈ, ਪਤਾ ਹੋਣਾ ਪਹਿਲੀ ਸਟੇਜ ਹੈ, ਕਿਸੇ ਚੀਜ਼ ਦੀ ਨੌਲੇਜ ਆ, ਪਰ ਜੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ, ਉਹਨੂੰ ਜੀ ਕੇ ਨਹੀਂ ਵੇਖਿਆ, ਉਹਨੂੰ ਪ੍ਰੈਕਟਿਸ ਵਿੱਚ ਨਹੀਂ ਲਿਆਂਦਾ ਚੀਜ਼ ਨੂੰ, ਤਾਂ ਸਮਝੋ ਵੀ ਚੀਜ਼ ਤਾਂ ਤੁਹਾਡੇ ਤੱਕ ਪਹੁੰਚ ਗਈ, ਤੁਸੀਂ ਵਡਭਾਗੇ ਹੋ, ਪਰ ਉਹਨੂੰ ਵਰਤਿਆ ਤੁਸੀਂ ਨਹੀਂ। ਹੁਣ ਜਿਸ ਬੰਦੇ ਨੂੰ ਰੋਟੀ ਵੀ ਖਾਣ ਨੂੰ ਦਿੱਤੀ ਜਾਏ ਪਰ ਉਹ ਖਾਵੇ ਨਾ ਤੇ ਭੁੱਖਾ ਹੀ ਮਰ ਜਾਏ, ਤੇ ਹੁਣ ਇਹ ਗਲਤੀ ਕਿਹਦੀ ਹੈ? ਇਹ ਜਿਹੜੀ ਇਹ ਫਾਲਟ ਕਿਹਦਾ ਹੈ? ਠੀਕ। ਸਤਿਗੁਰੂ ਕਹਿੰਦੇ ਗੁਣੀ ਰਹੇ ਗੁਣ ਗਾਈ। ਇੱਕ ਇਹਨਾਂ ਨੂੰ ਗਿਆਨ ਕੋਈ ਨਹੀਂ, ਉਹ ਸਰੀਰ ਖਪਾ ਰਹੇ ਨੇ, ਇੱਕ ਇਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਜੀ ਕੇ ਨਹੀਂ ਵੇਖਿਆ। ਸਤਿਗੁਰੂ ਅੱਗੇ ਫਰਮਾਉਂਦੇ ਨੇ, ਜਨ ਨਾਨਕ ਹਰ ਭਏ ਦਇਆਲਾ, ਤਉ ਸਭ ਬਿਧ ਬਨ ਆਈ। ਸਤਿਗੁਰੂ ਆਖਦੇ ਜਿਸ ਉੱਤੇ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ, ਉਹਨਾਂ ਵਾਸਤੇ ਤਰਕੀਬ ਬਣ ਜਾਂਦੀ ਹੈ। ਯਾਨੀ ਕਿ ਉਹ ਆਪਣੇ ਅੰਤਰ ਝਾਤ ਮਾਰ ਕੇ ਗੁਰੂ ਉਪਦੇਸ਼ ਦਾ ਆਸਰਾ ਲੈ ਕੇ ਆਪਣੇ ਮਨ ਦੇ ਇਹਨਾਂ ਭੈੜੇ ਵਿਕਾਰਾਂ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ। ਮਨ ਉਹ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਸਾਹਿਬ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦੋ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।